पूरे देश ਵਿੱਚ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲਿਆ ਉਸ ਦੇ ਪਿਛੋਕੜ 'ਚ ਕਿਹੜੀਆਂ-ਕਿਹੜੀਆਂ ਗੱਲਾਂ ਖੜੀਆਂ ਨੇ ਇਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ 3 ਆਰਡੀਨੈਂਸ ਜਿਹੜੇ 5 ਜੂਨ ਨੂੰ ਲਾਗੂ ਕਰ ਦਿੱਤੇ ਗਏ ਤੇ ਉਸ ਤੋਂ ਬਾਅਦ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਬਿੱਲ ਬਣਾ ਕੇ ਪੇਸ਼ ਕੀਤੇ। ਹੁਣ ਜਦੋਂ ਸਾਡੇ ਰਾਸ਼ਟਰਪਤੀ ਇਹਨਾਂ ਉੱਤੇ ਦਸਤਖਤ ਕਰ ਦੇਣਗੇ ਤਾਂ ਇਹ ਕਾਨੂੰਨੀ ਰੂਪ ਵੀ ਲੈ ਲੈਣਗੇ। एडी वड्डी महामारी के दरम्यान जदों लोग घरां विच दुबके बैठे ने, डरदे ने, एक दूजे नाल हथ मिलाउण तो डरदे ने, असीं मूँहां ते मास्क ला के फिरदे हां, दूरी बना के एक दूजे तो खड़दे हां, तां ओह किहड़ियां मजबूरियां किसानां दे सामने आ खड़ियां होईयां जिन्हां सदका ओह इस महामारी तो डरदे भी नहीं ਤੇ ਇਸ ਵਕਤ ਉਹਨਾਂ ਨੂੰ ਹੋਰ ਕੋਈ ਡਰ ਵੀ ਨਹੀਂ ਤੇ ਉਹ ਸੜਕਾਂ ਦੇ ਉੱਤੇ ਆਪਣਾ ਵਿਰੋਧ ਪ੍ਰਗਟ ਕਰਨ ਲਈ ਬੈਠੇ ਨੇ। ਅੱਜ ਅਸੀਂ ਇਹਨਾਂ ਤਿੰਨਾਂ ਬਿੱਲਾਂ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੋٹے-ਮੋٹے ਤੌਰ ਤੇ ਇਹਨਾਂ ਨੂੰ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਪਹਿਲਾ ਬਿੱਲ ਹੈ ਕਿਸਾਨਾਂ ਦੀ ਉਪਜ, ਵਪਾਰ, ਵਣਜ, ਤਰੱਕੀ ਅਤੇ ਸਹੂਲਤਾਂ 2020। ਇਸ ਬਿੱਲ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਿੰਨਾਂ ਆਰਡੀਨੈਂਸ ਦੇ ਦੌਰਾਨ ਲਾਗੂ ਹੋਣ ਤੇ ਜਾਂ ਜਦੋਂ ਇਹ ਕਾਨੂੰਨ ਬਣ ਗਏ ਕਿਹੜੀਆਂ-ਕਿਹੜੀਆਂ ਖੇਤੀ ਵਸਤਾਂ ਦਾ ਵਪਾਰ ਹੋ ਸਕਦਾ ਹੈ। ਉਹਨਾਂ ਦੇ ਵਿੱਚ ਹੈ ਕਿ ਮਨੁੱਖੀ ਵਰਤੋਂ ਦੇ ਲਈ ਜਿੰਨੇ ਵੀ ਅਨਾਜ ਨੇ, ਜਿਹਦੇ ਵਿੱਚ ਕਣਕ ਹੈ, ਚਾਵਲ ਹੈ, ਬਾਜਰਾ ਹੈ, ਇਹਦੇ ਨਾਲ ਦਾਲਾਂ, ਤੇਲ ਬੀਜ, ਸਬਜ਼ੀਆਂ, ਫਲ, ਮਸਾਲੇ, ਗੰਨੇ, ਮੁਰਗੀਆਂ, ਅੰਡੇ, ਸੂਰ, ਬੱਕਰੀਆਂ, ਮੱਛੀਆਂ, ਦੁੱਧ ਤੇ ਦੁੱਧ ਤੋਂ ਬਣਨ ਵਾਲੇ ਹੋਰ ਉਤਪਾਦਨ, ਇਸ ਦੇ ਨਾਲ ਹੀ ਸਾਡੇ ਪਸ਼ੂਆਂ ਦੇ ਲਈ ਚਾਰਾ, ਖਲ ਤੇ ਇਹਦੇ ਨਾਲ ਹੀ ਵੜੇਵੇਂ, ਕਪਾਹ ਤੇ ਜੂਟ ਤੇ ਵਪਾਰ ਜਿਹੜਾ ਉਹ ਹੋ ਸਕੇਗਾ। ਹੁਣ ਗੱਲ ਅਸੀਂ ਕਰਦੇ ਹਾਂ ਕਿ ਇਸ ਦਾ ਜਿਹੜਾ ਪਹਿਲਾ ਹਿੱਸਾ ਹੈ ਆਰਡੀਨੈਂਸ ਦਾ, ਉਹਦੇ ਵਿੱਚ ਸਿਰਫ ਪਰਿਭਾਸ਼ਾਵਾਂ ਨੇ। ਦੱਸਿਆ ਗਿਆ ਹੈ ਕਿ ਜੇ ਵਪਾਰ ਸ਼ਬਦ ਵਰਤਿਆ ਗਿਆ ਵਪਾਰ ਖੇਤਰ ਤਾਂ ਉਹਦਾ ਮਤਲਬ ਕੀ ਹੈ, ਪ੍ਰਾਈਵੇਟ ਮੰਡੀਆਂ, किसान का की मतलब है। गल दूसरे हिस्से दे विच शुरू होंदी है। दूसरे हिस्से दे विच इस ऑर्डीनेंस से कहा गया है कि कोई भी किसान, व्यापारी जां ऑनलाइन व्यापारक संस्था पूरे एक राज विच जां एक राज तो दूसरे राज विच व्यापारक खेत्र विच व्यापार कर सकेगा। व्यापारक खेत्र का मतलब यह है कि साडियां सरकारी मंडियां तो बाहर ਤੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਹੋਣਗੀਆਂ, ਕਿਸਾਨ ਉਤਪਾਦਕ ਸੰਸਥਾਵਾਂ ਜਾਂ ਸਹਿਕਾਰੀ ਸੰਸਥਾਵਾਂ ਜਾਂ ਇਹਨਾਂ ਤੋਂ ਬਿਨਾਂ ਕੋਈ ਵੀ ਹੋਰ ਵਿਅਕਤੀ ਸਾਡਾ ਜਿਹੜਾ ਆਮਦਨ ਕਰ ਐਕਟ 1961 ਹੈ ਉਹ ਜਾਂ ਇਸੇ ਤਰ੍ਹਾਂ ਦਾ ਕੋਈ ਹੋਰ ਸਾਡੇ ਦੇਸ਼ ਦੇ ਵਿੱਚ ਐਕਟ ਹੈ ਉਹਦੇ ਵਿੱਚ ਪੱਕਾ ਨੰਬਰ ਲੈਣ ਤੋਂ ਬਿਨਾਂ ਵਪਾਰ ਨਹੀਂ ਕਰ ਸਕੇਗਾ। ਹਰ ਸੌਦੇ ਦੀ ਰਾਸ਼ੀ ਕਿਸਾਨ ਨੂੰ ਉਸੇ ਦਿਨ ਦੇਣੀ ਪਏਗੀ ਜਾਂ ਘੱਟੋ ਘੱਟ 3 ਦਿਨਾਂ ਦੇ ਵਿੱਚ ਤੇ ਇਸ ਤੋਂ ਵੱਧ ਨਹੀਂ। ਜਦੋਂ ਸੌਦਾ ਹੋਏਗਾ ਉਸ ਵਕਤ ਵਪਾਰੀ ਨੂੰ ਇੱਕ ਰਸੀਦ ਦੇਣੀ ਪਏਗੀ ਕਿਸਾਨ ਨੂੰ ਲਿਖ ਕੇ, ਜਿਹਦੇ ਉੱਤੇ ਉਸ ਫਸਲ ਦਾ ਸਭ ਵੇਰਵਾ ਜਿਹੜਾ ਉਹ ਲਿਖਿਆ ਹੋਏਗਾ। ਜਿਹੜੇ ਵਪਾਰੀ ਆਨਲਾਈਨ ਟ੍ਰੇਡਿੰਗ ਕਰਨਗੇ, ਅੱਜ ਕੱਲ੍ਹ ਜਿਵੇਂ ਚੱਲ ਰਿਹਾ ਹੈ ਕਿ ਤੁਸੀਂ ਈ-ਨੈਮ ਦੇ ਥਰੂ ਵੀ ਵਪਾਰ ਕਰ ਸਕੋਗੇ, ਸੋ ਜਿਹੜੇ ਵਪਾਰੀ ਆਨਲਾਈਨ ਟ੍ਰੇਡਿੰਗ ਕਰਨਗੇ ਤਾਂ ਉਹਨਾਂ ਲਈ ਇਹ ਜ਼ਰੂਰੀ ਹੋਏਗਾ ਕਿ ਉਹ ਸਾਡੀ ਸਥਾਨਕ ਭਾਸ਼ਾ, ਜੇ ਉਹ ਪੰਜਾਬ ਵਿੱਚ ਹੈ ਤਾਂ ਪੰਜਾਬੀ ਵਿੱਚ, ਜੇ ਉਹ ਤਾਮਿਲ ਵਿੱਚ ਹੈ ਤਾਂ ਤੇਲਗੂ ਵਿੱਚ, ਜਿਹੜੇ ਵੀ ਰਾਜ ਦੀ ਉਹ ਭਾਸ਼ਾ ਹੈ ਉਸ ਭਾਸ਼ਾ ਵਿੱਚ ਉਹ ਸਾਰੀਆਂ ਸ਼ਰਤਾਂ, ਢੰਗ, ਨਿਯਮ ਉਹਦੇ ਵਿੱਚ ਲੋਕਾਂ ਨੂੰ ਦੱਸਣਗੇ। ਇਸ ਕਾਨੂੰਨ ਤਹਿਤ ਕੀਤੇ ਵਪਾਰ 'ਤੇ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਕੋਈ ਵੀ ਟੈਕਸ ਨਹੀਂ ਲੱਗੇਗਾ ਕਿਉਂਕਿ ਇਹ ਸਾਡੀਆਂ ਸਰਕਾਰੀ ਮੰਡੀਆਂ ਤੋਂ ਬਾਹਰ ਹੋਏਗਾ। ਕੇਂਦਰ ਸਰਕਾਰ ਕਿਸਾਨਾਂ ਲਈ ਉਹ ਸੂਚਨਾ ਦੇਣ ਦਾ ਪ੍ਰਬੰਧ ਕਰੇਗੀ ਜਿਸ ਤਹਿਤ ਇਹ ਫਸਲਾਂ ਦੀਆਂ ਕੀਮਤਾਂ ਦਾ ਲੋਕਾਂ ਨੂੰ ਪਤਾ ਲੱਗ ਸਕੇ, ਕਿਵੇਂ ਫਾਰਮ ਭਰਨੇ ਨੇ, ਕਿਹੜੇ ਢੰਗ ਨਾਲ ਉਹਨਾਂ ਦੀ ਫਸਲ ਵਿਕੇਗੀ, ਇਸ ਬਾਰੇ ਕੇਂਦਰ ਸਰਕਾਰ ਜਿਹੜੀ ਹੈ ਉਹ ਪ੍ਰਬੰਧ ਕਰੇਗੀ। ਇਸ ਤੋਂ ਬਾਅਦ ਹੈ ਕਿ ਇਸ ਕਾਨੂੰਨ ਤਹਿਤ ਕਿਸਾਨ ਆਪਣੀ ਜਿਨਸ ਫਸਲ ਮੌਜੂਦਾ ਮੰਡੀਆਂ ਵਿੱਚ ਨਹੀਂ ਵੇਚ ਸਕੇਗਾ। ਭਾਵ ਜੇ ਤੁਹਾਡਾ ਐਗਰੀਮੈਂਟ ਹੋ ਗਿਆ ਕਿਸੇ ਨਾਲ ਤਾਂ ਫਿਰ ਉਹ ਫਸਲ ਤੁਸੀਂ ਸਰਕਾਰੀ ਮੰਡੀ ਦੇ ਵਿੱਚ ਨਹੀਂ ਲਿਜਾ ਸਕਦੇ। ਇਸ ਕਾਨੂੰਨ ਮੁਤਾਬਕ ਵਪਾਰੀ ਕਿਸਾਨ ਦੇ ਖੇਤਾਂ 'ਚੋਂ, ਕਿਸੇ ਫੈਕਟਰੀ 'ਚੋਂ, ਸਟੋਰ 'ਚੋਂ
ਜਾਂ ਹੋਰ ਕਿਤੋਂ ਵੀ ਫਸਲ ਖਰੀਦ ਸਕੇਗਾ। ਮੰਡੀ ਚੋਂ ਜਾ ਕੇ, ਸਰਕਾਰੀ ਮੰਡੀ ਚੋਂ ਵਪਾਰੀ ਫਸਲ ਨਹੀਂ ਖਰੀਦੇਗਾ। ਰਾਜ ਸਰਕਾਰਾਂ ਵੱਲੋਂ ਜਿਹੜੀਆਂ ਸਾਡੀਆਂ ਹੋਣ ਵਾਲੀਆਂ ਮੰਡੀਆਂ ਨੇ AMPC ਕਾਨੂੰਨ ਦੇ ਤਹਿਤ, ਨਿੱਜੀ ਮੰਡੀਆਂ, ਕਲੈਕਸ਼ਨ ਸੈਂਟਰ, ਸਟੋਰ ਆਦਿ ਸਥਾਨਾਂ 'ਤੇ ਇਸ ਕਾਨੂੰਨ ਦੇ ਤਹਿਤ ਜਿਹੜੀ ਹੈ ਉਹ ਕਿਸੇ ਕਿਸਮ ਦਾ ਲੈਣ ਦੇਣ ਨਹੀਂ ਹੋਏਗਾ। ਇਸ ਬਿੱਲ ਦੇ ਦੂਜੇ ਚੈਪਟਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਵਪਾਰੀ ਤੇ ਕਿਸਾਨ ਦੇ ਦਰਮਿਆਨ ਕੋਈ ਝਗੜਾ ਪੈਦਾ ਹੁੰਦਾ ਹੈ, ਲੈਣ ਦੇਣ ਦਾ, ਪੈਸੇ ਦਾ, ਕੋਈ ਹੋਰ, ਤਾਂ ਉਹਦੇ ਲਈ ਜਿਹੜਾ ਵਪਾਰੀ ਜਾਂ ਜਿਹੜਾ ਕਿਸਾਨ ਹੈ ਉਹ SDM ਕੋਲੇ ਆਪਣੀ ਅਪੀਲ ਕਰ ਸਕਦਾ ਹੈ। SDM ਤੋਂ ਬਾਅਦ ਜਿਹੜੀ ਹੈ ਉਹ ਡਿਪਟੀ ਕਮਿਸ਼ਨਰ ਕੋਲੇ ਅਪੀਲ ਹੋਏਗੀ। ਅਤੇ ਇਹ ਬਹੁਤ ਹੀ ਇਹਦੇ ਵਿੱਚ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਇਸ ਕਾਨੂੰਨ ਦੇ ਤਹਿਤ ਜਿੰਨਾ ਵੀ ਵਪਾਰ ਹੋਏਗਾ ਉਹਦੇ ਨਾਲ ਜਿੰਨੇ ਵੀ ਝਗੜੇ ਪੈਦਾ ਹੋਣਗੇ ਉਹ ਅਸੀਂ ਸਿਵਲ ਅਦਾਲਤਾਂ ਦੇ ਵਿੱਚ ਨਹੀਂ ਲਿਜਾ ਸਕਾਂਗੇ। ਡਿਪਟੀ ਕਮਿਸ਼ਨਰ ਜਿਹੜੀ ਅਪੀਲੇਟ ਅਥਾਰਟੀ ਹੈ SDM ਤੋਂ ਬਾਅਦ, ਉਸ ਦੇ ਫੈਸਲੇ ਨੂੰ ਵੀ ਕਿਤੇ ਚੈਲੰਜ ਨਹੀਂ ਕੀਤਾ ਜਾ ਸਕੇਗਾ। ਇਸ ਐਕਟ ਅਨੁਸਾਰ ਦੋਸ਼ੀ ਵਪਾਰੀ ਲਈ ਜੁਰਮਾਨੇ ਅਤੇ ਸਜ਼ਾਵਾਂ ਵੀ ਨੇ, ਇੱਥੋਂ ਤੱਕ ਕਿ ਵਪਾਰੀਆਂ ਦੇ ਵਪਾਰ ਕਰਨ ਦੇ ਉੱਤੇ ਵੀ ਪਾਬੰਦੀ ਲਾਈ ਜਾ ਸਕਦੀ ਹੈ। ਇਸ ਐਕਟ ਦੇ ਕੁੱਲ 11 ਪੰਨੇ ਨੇ। ਬਹੁਤ ਸਾਰੇ ਲੋਕ ਜਿਹੜੇ ਉਹ ਗੱਲਾਂ ਕਰਦੇ ਆ ਕਿ ਅਸੀਂ ਪੜ੍ਹ ਲਿਆ, ਉਹਨਾਂ ਨੇ ਨਹੀਂ ਪੜ੍ਹਿਆ। ਉਹਨਾਂ ਵਾਸਤੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸਾਨੂੰ ਸਮਝ ਆ ਜਾਵੇ ਕਿ ਇਹ ਐਕਟ ਹੈ ਕੀ ਹੈ। ਦੂਸਰਾ ਬਿੱਲ ਜਿਹੜਾ ਆਰਡੀਨੈਂਸ ਹੈ, ਉਹਨੇ ਬਿੱਲ ਦੇ ਰੂਪ ਵਿੱਚ ਉਹਨੂੰ ਪਾਸ ਕਰ ਦਿੱਤਾ ਗਿਆ ਅਤੇ ਜਦੋਂ ਉਹ ਰਾਸ਼ਟਰਪਤੀ ਜੀ ਨੇ ਸਾਈਨ ਕਰਤਾ ਤਾਂ ਉਹ ਕਾਨੂੰਨ ਬਣ ਜਾਣਾ ਹੈ। ਇਹ ਕਾਨੂੰਨ ਬਣੇਗਾ ਕਿਸਾਨ ਸਸ਼ਕਤੀਕਰਨ ਅਤੇ ਸੁਰੱਖਿਆ, ਕੀਮਤਾਂ ਦੇ ਭਰੋਸੇ ਲਈ ਇਕਰਾਰਨਾਮਾ ਅਤੇ ਖੇਤੀ ਸੇਵਾਵਾਂ। ਇਹਦੇ ਵਿੱਚ ਵੀ ਉਹਨਾਂ ਹੀ ਜਿਨਸਾਂ ਦਾ ਵਪਾਰ ਹੋ ਸਕੇਗਾ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਜ਼ਿਕਰ ਜਿਹੜਾ ਉਹ ਕਰ ਚੁੱਕੇ ਹੋਏ ਹਾਂ। ਇਸ ਐਕਟ ਅਨੁਸਾਰ ਜਦੋਂ ਇਹ ਕਾਨੂੰਨ ਬਣ ਗਿਆ, ਮੈਂ ਐਕਟ ਇਸ ਲਈ ਕਹਿ ਰਿਹਾ ਕਿਉਂਕਿ ਇਹਨੇ ਕਾਨੂੰਨ ਬਣ ਜਾਣਾ, ਕੰਪਨੀਆਂ ਕਿਸਾਨਾਂ ਨਾਲ ਜਿਨਸਾਂ ਜਾਂ ਸਮਾਨ ਦੇ ਇਕਰਾਰਨਾਮੇ ਕਰਨਗੀਆਂ ਜਿਸ ਤਹਿਤ ਕੰਪਨੀਆਂ ਕਿਸਾਨਾਂ ਨੂੰ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਸੇਵਾਵਾਂ ਭਾਵ ਜਿਵੇਂ ਖਾਦ ਹੈ, ਮਸ਼ੀਨਰੀ ਹੈ, ਦਵਾਈਆਂ ਨੇ, ਔਜ਼ਾਰ ਨੇ, ਇਹਦੇ ਨਾਲ ਕਟਾਈ ਲਈ ਕੰਬਾਈਨਾਂ ਨੇ ਜਾਂ ਲੇਜ਼ਰ ਲੈਵਲਰ ਹੈ, ਇਸ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਸੇਵਾਵਾਂ ਨੇ ਉਹ ਦੇਣਗੀਆਂ ਅਤੇ ਉਹ ਖਰਚਾ ਜਿਹੜਾ ਉਹਦਾ ਦੇਣਗੀਆਂ ਜਾਂ ਉਹਨੂੰ ਉਹ ਸੇਵਾਵਾਂ ਉਪਲਬਧ ਕਰਾਉਣਗੀਆਂ। ਇਹਨਾਂ ਸੇਵਾਵਾਂ ਲਈ ਕੰਪਨੀਆਂ ਕਿਸਾਨਾਂ ਨੂੰ ਪੈਸੇ ਵੀ ਦੇਣਗੀਆਂ, ਭੁਗਤਾਨ ਵੀ ਕਰਨਗੀਆਂ। ਇਸ ਕਾਨੂੰਨ ਦੇ ਦੂਜੇ ਹਿੱਸੇ ਵਿੱਚ ਵਿਸਥਾਰ 'ਚ ਗੱਲ ਕੀਤੀ ਗਈ ਹੈ। ਉਹ ਇਹ ਹੈ ਕਿ ਕਿਸਾਨ ਕੰਪਨੀ ਨਾਲ ਲਿਖਤੀ ਇਕਰਾਰਨਾਮਾ ਕਰੇਗਾ ਜਿਸ ਵਿੱਚ ਫਸਲ, ਸਮਾਨ ਦੀ ਸਪੁਰਦਗੀ ਦਾ ਸਮਾਂ, ਉਹਦੀ ਕੁਆਲਿਟੀ, ਗ੍ਰੇਡ, ਕੀਮਤ, ਸਟੈਂਡਰਡ ਆਦਿ ਬਾਰੇ ਸ਼ਰਤਾਂ ਜਿਹੜੀਆਂ ਉਹ ਸਪਸ਼ਟ ਰੂਪ ਵਿੱਚ ਲਿਖੀਆਂ ਹੋਣਗੀਆਂ। ਕਿਸਾਨ ਨੂੰ ਖੇਤੀ ਸੇਵਾਵਾਂ ਦੇਣ ਬਾਰੇ ਲਿਖਤ ਹੋਏਗੀ। ਇਸ ਇਕਰਾਰਨਾਮੇ ਲਈ ਕਾਨੂੰਨੀ ਜ਼ਰੂਰਤਾਂ ਕੰਪਨੀਆਂ ਪੂਰੀਆਂ ਕਰਨਗੀਆਂ, ਭਾਵ ਜੋ ਵੀ ਲਿਖਤ ਹੋਏਗੀ, ਚਾਹੇ ਉੱਤੇ ਫੀਸ ਲੱਗਣੀ ਹੈ, ਅਸਟਾਮ ਲੱਗਣਾ ਹੈ, ਉਹਦੀ ਟਾਈਪਿੰਗ ਹੋਣੀ ਹੈ, ਉਹ ਸਾਰਾ ਕੰਪਨੀ ਖਰਚਾ ਜਿਹੜਾ ਉਹ ਕਰੇਗੀ। ਹਿੱਸਾ ਪੱਤੀ ਦੇਣ ਵਾਲੇ ਕਿਸਾਨ ਭਾਵ ਜਿਹੜੇ ਕਿਸਾਨ ਹਿੱਸੇ 'ਤੇ ਖੇਤੀ ਕਰਦੇ ਨੇ ਉਹ ਇਸ ਦੇ ਕਾਨੂੰਨ ਤਹਿਤ ਇਕਰਾਰਨਾਮੇ ਨਹੀਂ ਕਰ ਸਕਣਗੇ। ਇਕਰਾਰਨਾਮੇ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਦਾ ਜਾਇਜ਼ਾ ਲੈਣ ਲਈ, ਭਾਵ ਕਿ ਜਦੋਂ ਅਸੀਂ ਫਸਲ ਕਿਸਾਨ ਨੇ ਵਪਾਰੀ ਨੂੰ ਦੇਣੀ ਹੈ ਸ਼ਰਤਾਂ ਅਨੁਸਾਰ, ਤਾਂ ਉਸ ਵਕਤ ਕੀ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਫਸਲ ਉਹ ਸ਼ਰਤਾਂ ਪੂਰੀਆਂ ਕਰਦੀ ਹੈ, ਭਾਵ ਕੁਆਂਟਿਟੀ ਓਨੀ ਹੈ, ਉਹਦੀ ਸ਼ਕਲ, ਉਹਦਾ ਰੰਗ, ਉਹਦਾ ਸਟੈਂਡਰਡ ਸਭ ਕੁਝ ਠੀਕ ਹੈ। ਇਹਦੇ ਲਈ ਇੱਕ ਤੀਜੀ ਧਿਰ ਨਿਸ਼ਚਿਤ ਕੀਤੀ ਜਾਏਗੀ ਜਿਹੜੀ ਇਹ ਫੈਸਲਾ ਕਰੇਗੀ ਕਿ ਸ਼ਰਤਾਂ ਦੇ ਅਨੁਸਾਰ ਉਹ ਚੀਜ਼ਾਂ ਪੂਰੀਆਂ ਹਨ ਕਿ ਨਹੀਂ। ਫਸਲ, ਸਮਾਨ ਆਦਿ ਦੀ ਕੀਮਤ ਬਾਰੇ ਇਕਰਾਰਨਾਮੇ 'ਚ ਹੀ ਨਿਸ਼ਚਿਤ ਕਰਕੇ ਲਿਖਿਆ ਜਾਵੇਗਾ। ਜੇਕਰ ਉਸ ਲਿਖਤ ਵਿੱਚ, ਇਕਰਾਰਨਾਮੇ ਵਿੱਚ ਇਹ ਲਿਖਿਆ ਹੋਏਗਾ ਕਿ ਜੇਕਰ ਫਸਲ ਸਟੈਂਡਰਡ ਦੇ ਮੁਤਾਬਕ ਨਹੀਂ ਤਾਂ ਕੀਮਤ ਘੱਟ ਦੇਵਾਂਗੇ, ਜੇ ਫਸਲ ਬਹੁਤ ਵਧੀਆ ਹੈ ਤਾਂ ਉਸ ਦੀ ਜ਼ਿਆਦਾ ਕੀਮਤ ਦਿੱਤੀ ਜਾਊਗੀ। ਇਹ ਉਹਦੇ ਵਿੱਚ ਲਿਖਿਆ ਹੋਏਗਾ
ਤਾਂ ਹੀ ਕੀਮਤ ਦੇ ਬਾਰੇ ਫੈਸਲਾ ਕੋਈ ਹੋ ਸਕੇਗਾ। ਕੰਪਨੀ ਕਿਸਾਨ ਤੋਂ ਇਕਰਾਰਨਾਮੇ ਅਨੁਸਾਰ ਸਮਾਨ ਜਾਂ ਜਿਨਸ ਫਸਲ ਦੀ ਸਪਲਾਈ ਲੈਣ ਸਮੇਂ ਉਹਦੀ ਕੁਆਲਿਟੀ ਬਾਰੇ ਨਿਸ਼ਚਿਤ ਕਰੇਗੀ। ਪਹਿਲਾਂ ਜੇਕਰ ਕਿਸਾਨ ਤੋਂ ਵਪਾਰੀ ਫਸਲ ਲੈ ਗਿਆ ਔਰ ਬਾਅਦ 'ਚ ਜਾ ਕੇ ਉਹ ਕਵੇ ਕਿ ਜੀ ਇਹ ਸਾਡੀਆਂ ਸ਼ਰਤਾਂ ਦੇ ਮੁਤਾਬਕ ਪੂਰੀ ਨਹੀਂ ਉਤਰਦੀ, ਤਾਂ ਉਸ ਦਾ ਕੋਈ ਵੀ ਉਜ਼ਰ ਨਹੀਂ ਮੰਨਿਆ ਜਾਏਗਾ, ਕੋਈ ਵੀ ਜਿਹੜਾ ਉਹਦਾ ਆਬਜੈਕਸ਼ਨ ਨਹੀਂ ਮੰਨਿਆ ਜਾਏਗਾ। ਉਹਨੂੰ ਪਹਿਲਾਂ ਹੀ ਸਪਲਾਈ ਵੇਲੇ ਹੀ ਇਹ ਗੱਲ ਉਠਾਉਣੀ ਪਏਗੀ। ਜਿੱਥੇ ਕਿਸਾਨ ਨੇ ਬੀਜ ਤਿਆਰ ਕਰਕੇ ਦੇਣਾ ਹੈ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਕਿਸਾਨਾਂ ਤੋਂ ਬੀਜ ਤਿਆਰ ਕਰਕੇ ਫਿਰ ਉਹਨਾਂ ਨੂੰ ਅੱਗੇ ਵਧੇਰੇ ਭਾਅ 'ਤੇ ਵੇਚਣਗੀਆਂ, ਉੱਥੇ ਜਦੋਂ ਕਿਸਾਨ ਬੀਜ ਦੀ ਸਪਲਾਈ ਲਏਗਾ ਤਾਂ ਸ਼ਰਤਾਂ ਅਨੁਸਾਰ ਕੀਮਤ ਦਾ 2/3 ਹਿੱਸਾ ਉਸੇ ਦਿਨ ਦੇਣਾ ਹੋਏਗਾ ਅਤੇ ਬਾਕੀ ਬਚਦਾ ਹਿੱਸਾ ਉਹ ਕੰਪਨੀ ਉਸ ਸੀਡ ਦੀ ਬੀਜ ਦੀ ਸਰਟੀਫਿਕੇਸ਼ਨ ਕਰਾਏਗੀ। ਉਹ ਕੰਪਨੀ ਉਸ ਬੀਜ ਦੀ ਸਰਟੀਫਿਕੇਸ਼ਨ ਕਰਾਏਗੀ ਅਤੇ ਫਿਰ ਉਹਦਾ ਬਾਕੀ ਪੈਸਾ ਜਿਹੜਾ ਉਹ ਕਿਸਾਨ ਨੂੰ ਦਿੱਤਾ ਜਾਏਗਾ। ਪਰ ਕਿਸੇ ਵੀ ਸਥਿਤੀ ਦੇ ਵਿੱਚ ਇਹ ਭੁਗਤਾਨ 30 ਦਿਨਾਂ ਤੋਂ ਬਾਅਦ ਜਿਹੜਾ ਉਹ ਨਹੀਂ ਜਾਏਗਾ, 30 ਦਿਨਾਂ ਦੇ ਵਿੱਚ ਭੁਗਤਾਨ ਕਰਨਾ ਪਏਗਾ। ਰਾਜ ਸਰਕਾਰਾਂ ਭੁਗਤਾਨ ਕਰਨ ਦੇ ਢੰਗ ਬਾਰੇ ਫੈਸਲਾ ਲੈਣਗੀਆਂ। ਇਸ ਐਕਟ ਤਹਿਤ ਹੋਏ ਇਕਰਾਰਨਾਮੇ ਦੀ ਫਸਲ ਦੀ ਵਿਕਰੀ ਜਾਂ ਖਰੀਦ ਉੱਪਰ ਰਾਜ ਦਾ ਕੋਈ ਕਾਨੂੰਨ ਵੀ ਲਾਗੂ ਨਹੀਂ ਹੋਏਗਾ। ਇਸ ਐਕਟ ਤਹਿਤ ਭੰਡਾਰ ਕਰਨ ਦੀ ਸਮਰੱਥਾ 'ਤੇ ਵੀ ਕੋਈ ਪਾਬੰਦੀ ਨਹੀਂ। ਇਸ ਐਕਟ ਤਹਿਤ ਜ਼ਮੀਨ ਦੀ ਮਾਲਕੀ ਉੱਪਰ ਕੰਪਨੀ ਦਾ ਕੋਈ ਅਧਿਕਾਰ ਨਹੀਂ ਹੋਏਗਾ। ਕੋਈ ਕੰਪਨੀ ਇਕਰਾਰਨਾਮੇ ਵਾਲੀ ਜ਼ਮੀਨ ਉੱਪਰ ਕੋਈ ਉਸਾਰੀ ਵੀ ਨਹੀਂ ਕਰ ਸਕਦੀ ਜਿੰਨਾ ਚਿਰ ਜ਼ਮੀਨ ਦਾ ਮਾਲਕ ਇਹ ਨਹੀਂ ਕਹਿੰਦਾ ਕਿ ਤੁਸੀਂ ਉਸਾਰੀ ਕਰ ਸਕਦੇ ਹੋ। ਕਿਸਾਨ ਅਤੇ ਵਪਾਰੀ ਆਪਸੀ ਸਹਿਮਤੀ ਨਾਲ ਇਕਰਾਰਨਾਮੇ ਨੂੰ ਰੱਦ ਵੀ ਕਰ ਸਕਦੇ ਆ ਅਤੇ ਇਹ ਇਕਰਾਰਨਾਮਾ ਰਾਜ ਸਰਕਾਰਾਂ ਵੱਲੋਂ ਨਿਰਧਾਰਤ ਰਜਿਸਟ੍ਰੇਸ਼ਨ ਅਥਾਰਟੀ ਇੱਕ ਆਫਿਸਰ ਨਿਸ਼ਚਿਤ ਕਰੇਗੀ। ਰਾਜ ਸਰਕਾਰ ਉਹਦੇ ਕੋਲੇ ਰਜਿਸਟਰ ਕਰਵਾਉਣਾ ਜ਼ਰੂਰੀ ਹੋਏਗਾ। ਇਸੇ ਕਾਨੂੰਨ ਤਹਿਤ ਹੋਏ ਇਕਰਾਰਨਾਮਿਆਂ 'ਤੇ ਜੇਕਰ ਕੋਈ ਝਗੜਾ ਪੈਦਾ ਹੁੰਦਾ ਹੈ ਤਾਂ ਇਸ ਦਾ ਉਸ ਇਕਰਾਰਨਾਮੇ ਦੇ ਵਿੱਚ ਪਹਿਲਾਂ ਹੀ ਲਿਖਿਆ ਜਾਏਗਾ ਕਿ ਇੱਕ ਸਹਿਮਤੀ ਬੋਰਡ ਬਣਾਇਆ ਜਾਏਗਾ ਦੋਨਾਂ ਧਿਰਾਂ ਦੀ ਸਹਿਮਤੀ ਨਾਲ। ਜੇਕਰ ਉਹ ਸਹਿਮਤੀ ਬੋਰਡ ਫੈਸਲਾ ਨਹੀਂ ਕਰ ਸਕਦਾ ਤਾਂ ਫਿਰ ਜਿਹੜੀਆਂ ਪੀੜਤ ਧਿਰਾਂ ਭਾਵ ਕਿਸਾਨ ਜਾਂ ਵਪਾਰੀ ਉਹ SDM ਕੋਲੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਕਰ ਸਕਦੇ ਆ। ਅਗਰ SDM ਵੱਲੋਂ ਦਿੱਤੇ ਫੈਸਲੇ 'ਤੇ ਜਿਹੜੀਆਂ ਪਾਰਟੀਆਂ ਨੇ ਉਹ ਸੰਤੁਸ਼ਟ ਨਹੀਂ ਹੁੰਦੀਆਂ ਤਾਂ ਉਹ ਫਿਰ ਡਿਪਟੀ ਕਮਿਸ਼ਨਰ ਕੋਲੇ ਜਾ ਸਕਦੀਆਂ ਨੇ। ਪਰ ਇੱਥੇ ਵੀ ਬੜਾ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਸ ਐਕਟ ਦੇ ਤਹਿਤ ਵੀ ਕੋਈ ਵੀ ਪਾਰਟੀ ਸਿਵਲ ਅਦਾਲਤ ਵਿੱਚ ਕਿਸੇ ਕਿਸਮ ਦਾ ਆਪਣਾ ਕੇਸ ਲੈ ਕੇ ਨਹੀਂ ਜਾ ਸਕਦੀ। ਇਸ ਐਕਟ ਵਿੱਚ ਵਪਾਰੀਆਂ ਉੱਪਰ ਇਕਰਾਰਨਾਮੇ ਦੀਆਂ ਉਲੰਘਣਾ ਕਰਨ ਹਿੱਤ ਭਾਰੀ ਜੁਰਮਾਨੇ ਨੇ, ਪਰ ਕਿਸਾਨਾਂ ਉੱਪਰ ਨਹੀਂ। ਕਿਸਾਨਾਂ ਨੂੰ ਸਿਰਫ ਅਸਲੀ ਕੀਮਤ ਹੀ ਵਾਪਸ ਕਰਨ ਲਈ ਕਿਹਾ ਜਾ ਸਕਦਾ ਹੈ ਜੇਕਰ ਉਹ ਕੰਪਨੀ ਤੋਂ ਸੇਵਾਵਾਂ ਜਾਂ ਸਮਾਨ ਲੈਣ ਮਗਰੋਂ ਇਕਰਾਰਨਾਮੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਦੇ ਹੋਣ। ਕੁਦਰਤੀ ਆਫਤਾਂ ਕਾਰਨ ਕਿਸਾਨਾਂ ਵੱਲੋਂ ਸ਼ਰਤਾਂ ਅਨੁਸਾਰ ਸਪਲਾਈ ਕਰਨ ਵਿੱਚ ਕੋਤਾਹੀ ਕਰਨ ਸਮੇਂ ਵੀ ਜੁਰਮਾਨਾ ਨਹੀਂ ਲਾਇਆ ਜਾ ਸਕਦਾ। ਜਿੱਥੇ ਐਕਟ ਦੀਆਂ ਧਾਰਾਵਾਂ ਦੀਆਂ ਪਾਰਟੀਆਂ ਵੱਲੋਂ ਉਲੰਘਣਾਵਾਂ ਕਰਕੇ ਝਗੜਾ ਪੈਦਾ ਹੁੰਦਾ ਹੈ ਉੱਥੇ ਵੀ ਕਿਸਾਨਾਂ ਤੋਂ ਭੁਗਤਾਨ ਵਾਪਸ ਲੈਣ ਦੇ ਹੁਕਮ ਨਹੀਂ ਦਿੱਤੇ ਜਾ ਸਕਦੇ। ਕਿਸੇ ਵੀ ਸੂਰਤ ਵਿੱਚ ਕਿਸਾਨ ਤੋਂ ਵਸੂਲੀ ਕਰਨ ਲਈ ਉਹਦੀ ਜ਼ਮੀਨ ਉੱਪਰ ਕੋਈ ਕਾਰਵਾਈ ਨਹੀਂ ਹੋ ਸਕਦੀ। ਤੀਸਰਾ ਕਾਨੂੰਨ ਹੈ ਜ਼ਰੂਰੀ ਵਸਤਾਂ ਬਾਰੇ। ਇਹ ਬਹੁਤ ਛੋਟਾ ਕਾਨੂੰਨ ਹੈ। ਇਹਦੇ ਵਿੱਚ ਸਿਰਫ ਸੋਧ ਕੀਤੀ ਗਈ ਹੈ 1955 ਦਾ। ਕੋਈ ਵੀ ਵਿਅਕਤੀ ਵਪਾਰੀ ਜਿੰਨਾ ਮਰਜ਼ੀ ਭੰਡਾਰ ਕਰ ਸਕਦਾ ਹੈ ਕਿਸੇ ਵੀ ਖੇਤੀ ਵਸਤੂ ਦਾ। ਸਰਕਾਰ ਸਿਰਫ ਖਾਸ ਸਥਿਤੀਆਂ ਵਿੱਚ ਜਿਹਦੇ ਵਿੱਚ ਜੰਗ, ਕਾਲ ਪੈਣਾ, ਲੋੜ ਤੋਂ ਵੱਧ ਕੀਮਤਾਂ ਦਾ ਵੱਧ ਜਾਣਾ ਜਾਂ ਕਿਸੇ ਕੁਦਰਤੀ ਆਫਤ ਕਾਰਨ ਸਟੋਰ ਕਰਨ 'ਤੇ ਪਾਬੰਦੀ ਜਿਹੜੀ ਆ ਉਹ ਲਾ ਸਕਦੀ ਹੈ। ਇਹ ਉਹ 3 ਆਰਡੀਨੈਂਸ ਨੇ ਜਿਨ੍ਹਾਂ ਦੀ ਗੱਲ ਸਾਰੇ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ ਔਰ ਸੰਘਰਸ਼ ਆਇਆ ਹੋਇਆ। ਹੁਣ ਗੱਲ ਇਹ ਹੁੰਦੀ ਹੈ ਕਿ ਕਿਸਾਨ ਸੰਘਰਸ਼ ਦੇ ਕਿਹੜੇ ਮੁੱਦੇ ਨੇ ਜਿਨ੍ਹਾਂ ਕਰਕੇ ਇੰਨਾ ਵੱਡਾ ਬਵਾਲ ਪੈਦਾ ਹੋਇਆ। ਇਹਨਾਂ ਬਿੱਲਾਂ ਦੇ ਕਾਨੂੰਨ ਬਣ ਜਾਣ 'ਤੇ ਜਦੋਂ ਇਹ ਲਾਗੂ ਹੋ ਜਾਣਗੇ ਤਾਂ ਕੀ ਹੋਏਗਾ? ਮੁੱਦਾ ਇਹ ਹੈ, ਉਹ ਇਹ ਹੈ ਕਿ ਕਿਸਾਨ ਦੀ ਹਰ ਪੱਧਰ 'ਤੇ ਲੁੱਟ ਸ਼ੁਰੂ ਹੋ ਜਾਏਗੀ।
ਪ੍ਰਾਈਵੇਟ ਕੰਪਨੀਆਂ ਮੰਡੀਆਂ 'ਚ ਕਿਸਾਨਾਂ ਨੂੰ ਆਪਣੀਆਂ ਜਿਨਸਾਂ ਸਮੇਤ ਸਸਤੇ ਭਾਅ 'ਤੇ ਸੁੱਟਣ ਲਈ ਮਜਬੂਰ ਕਰਨਗੀਆਂ। ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਾਈਵੇਟ ਮੰਡੀਆਂ ਉੱਪਰ ਕੋਈ ਪਾਬੰਦੀ ਨਹੀਂ ਹੈ। ਇਸੇ ਦਾ ਸਭ ਤੋਂ ਵੱਡਾ ਜਿਹੜਾ ਉਹ ਮੁੱਦਾ ਝਗੜਾ ਜਿਹੜਾ ਉਹ ਬਣਿਆ ਹੋਇਆ। ਸਰਕਾਰੀ ਮੰਡੀਆਂ 'ਚੋਂ ਸਰਕਾਰੀ ਖਰੀਦ ਖਤਮ ਹੋ ਜਾਏਗੀ ਹੌਲੀ ਹੌਲੀ। ਕੰਪਨੀਆਂ ਬੀਜਾਂ, ਦਵਾਈਆਂ, ਮਸ਼ੀਨਰੀ ਅਤੇ ਹੋਰ ਖੇਤੀ ਸੇਵਾਵਾਂ ਵਿੱਚ ਕਿਸਾਨਾਂ ਦੀ ਲੁੱਟ ਕਰਨਗੀਆਂ। ਸਰਕਾਰੀ ਮਸ਼ੀਨਰੀ ਖਤਮ ਹੋ ਜਾਏਗੀ ਮੰਡੀਆਂ ਵਿੱਚੋਂ। ਸਰਕਾਰ ਨੂੰ ਮੰਡੀ ਬੋਰਡ ਤੋਂ ਕੋਈ ਟੈਕਸ ਪ੍ਰਾਪਤ ਨਹੀਂ ਹੋਏਗਾ, ਜਿਸ ਨਾਲ ਪਿੰਡਾਂ ਵਿੱਚ ਬਣਦੀਆਂ ਸੜਕਾਂ ਦਾ ਬੁਰਾ ਹਾਲ ਹੋ ਜਾਏਗਾ ਅਤੇ ਇਸ ਦਾ ਪੇਂਡੂ ਵਿਕਾਸ ਦੇ ਉੱਤੇ ਵੀ ਅਸਰ ਪਏਗਾ। ਮੰਡੀ ਬੋਰਡ, ਮਾਰਕੀਟ ਕਮੇਟੀਆਂ ਖਤਮ ਹੋ ਜਾਣਗੀਆਂ। ਮੰਡੀ ਨਾਲ ਜੁੜੇ ਮਜ਼ਦੂਰ, ਮੁੰਸ਼ੀ, ਹੋਰ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ। ਕੰਪਨੀਆਂ ਇਕਰਾਰਨਾਮੇ ਦੀਆਂ ਸ਼ਰਤਾਂ ਦੇ ਬਹਾਨੇ ਕਿਸਾਨਾਂ ਦੀਆਂ ਜਿਨਸਾਂ ਵਿੱਚ ਨੁਕਸ ਕੱਢ ਕੇ ਆਪਣੇ ਮਨਮਰਜ਼ੀ ਦੇ ਭਾਅ ਲਾਉਣਗੀਆਂ। ਕਾਨੂੰਨੀ ਚੱਕਰਾਂ 'ਚ ਪੈਣ ਦੇ ਡਰ ਤੋਂ ਕਿਸਾਨ ਘੱਟ ਕੀਮਤ 'ਤੇ ਆਪਣੀਆਂ ਫਸਲਾਂ ਵੇਚਣ ਲਈ ਮਜਬੂਰ ਹੋ ਜਾਏਗਾ। ਖੇਤੀ ਇਕਰਾਰਨਾਮੇ ਦੀਆਂ ਸ਼ਰਤਾਂ ਮੁਤਾਬਕ ਅਗਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਹਦੀ ਸੁਣਵਾਈ ਪਹਿਲਾਂ SDM, ਜਿਹਨੂੰ SDA ਕਿਹਾ ਜਾਏਗਾ, ਸਬ ਡਿਵੀਜ਼ਨਲ ਅਥਾਰਟੀ, ਅਤੇ ਫਿਰ ਅਪੀਲ ਡਿਪਟੀ ਕਮਿਸ਼ਨਰ ਤੱਕ ਹੀ ਰਹੇਗੀ। ਇਸ ਤੋਂ ਉੱਪਰ ਤੁਸੀਂ ਅਪੀਲ ਵੀ ਨਹੀਂ ਕਰ ਸਕੋਗੇ। ਤੁਹਾਨੂੰ ਨਿਆਂ ਲੈਣ ਲਈ ਵੀ ਜਿਹੜਾ ਉਹ ਬਹੁਤ ਵੱਡਾ ਹੋਰ ਹੋ ਸਕਦਾ ਸੰਘਰਸ਼ ਕਰਨਾ ਪਵੇ। ਖੇਤੀ ਕਾਨੂੰਨ ਅਨੁਸਾਰ ਕੀਤੇ ਇਕਰਾਰਨਾਮੇ 'ਤੇ ਹੋਏ ਝਗੜੇ ਦਾ ਕੇਸ ਸਿਵਲ ਅਦਾਲਤ ਵਿੱਚ ਨਹੀਂ ਲੱਗ ਸਕੇਗਾ। ਭਾਰਤ ਵਿੱਚ 86% ਛੋਟੇ ਕਿਸਾਨ ਨੇ। ਜਿਸ ਵੇਲੇ ਇੰਨੀ ਸਥਿਤੀ ਪੈਦਾ ਹੋ ਜਾਏਗੀ ਤਾਂ ਉਹਨਾਂ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਇੱਕ ਛੋਟਾ ਕਿਸਾਨ ਆਪਣੀ ਫਸਲ ਨੂੰ ਲੈ ਕੇ 15 ਕਿਲੋਮੀਟਰ ਤੋਂ ਵੱਧ ਕਿਸੇ ਹੋਰ ਮੰਡੀ ਵਿੱਚ ਜਾਵੇ ਜਿੱਥੇ ਭਾਅ ਵੱਧ ਮਿਲਦਾ ਹੈ। ਛੋਟਾ ਕਿਸਾਨ ਵੱਡੀਆਂ ਕੰਪਨੀਆਂ ਦੇ ਕਾਨੂੰਨੀ ਵਿੰਗ ਨਾਲ ਲੜ ਨਹੀਂ ਸਕੇਗਾ। ਇਸ ਤਰ੍ਹਾਂ ਮਿਡਲਮੈਨ ਭਾਵ ਵਿਚੋਲੇ ਹੋਰ ਤਾਕਤਵਰ ਹੋ ਜਾਣਗੇ। ਸਿੱਟਾ ਇਹ ਨਿਕਲੇਗਾ ਕਿ ਛੋਟਾ ਕਿਸਾਨ ਹੌਲੀ ਹੌਲੀ ਕੰਪਨੀਆਂ ਦੇ ਕਰਜ਼ੇ ਹੇਠ ਆ ਜਾਏਗਾ ਅਤੇ ਫਿਰ ਆਪਣੀ ਜ਼ਮੀਨ ਕੰਪਨੀ ਨੂੰ ਵੇਚਣ ਲਈ ਮਜਬੂਰ ਹੋ ਜਾਏਗਾ ਅਤੇ ਫਿਰ ਉਸੇ ਹੀ ਕੰਪਨੀ ਦੀ ਜ਼ਮੀਨ 'ਤੇ ਜਿਹੜੀ ਉਹਨੇ ਵੇਚੀ ਹੋਏਗੀ ਉਹਦੇ 'ਤੇ ਮਜ਼ਦੂਰੀ ਕਰੇਗਾ। ਪਹਿਲਾਂ ਆੜ੍ਹਤੀਆਂ, ਬੈਂਕਾਂ, ਫਾਈਨਾਂਸਰਾਂ ਦੇ ਕਰਜ਼ਿਆਂ ਥੱਲੇ ਹੈ ਕਿਸਾਨ, ਅਤੇ ਫਿਰ ਹੌਲੀ ਹੌਲੀ ਕੰਪਨੀਆਂ ਦੇ ਕਰਜ਼ਿਆਂ ਥੱਲੇ ਵੀ ਕਿਸਾਨ ਜਿਹੜਾ ਉਹ ਆ ਜਾਏਗਾ ਅਤੇ ਸੁਸਾਈਡ, ਆਤਮ ਹੱਤਿਆ ਦੇ ਜਿਹੜੇ ਕੇਸ ਉਹ ਵਧਣੇ ਸ਼ੁਰੂ ਹੋ ਗਏ। ਸੋ ਅੰਤ ਵਿੱਚ ਗੱਲ ਇਹ ਹੈ ਕਿ ਇਸ ਸੰਕਟ ਦਾ ਹੱਲ ਕੀ ਹੈ। ਸਰਕਾਰ ਇਹ ਬਿੱਲ ਵਾਪਸ ਲਵੇ, ਕਿਸਾਨਾਂ ਨੂੰ ਪਹਿਲੇ ਕਰਜ਼ਿਆਂ ਤੋਂ ਮੁਕਤ ਕਰਨ ਲਈ ਲੰਮੇ ਸਮੇਂ ਦੀ ਯੋਜਨਾ ਬਣਾਵੇ, ਦੇਸ਼ ਦੇ ਪੇਂਡੂ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇ ਤਾਂ ਜੋ ਪੇਂਡੂ ਪ੍ਰਵਾਸ ਜਿਹੜਾ ਸ਼ਹਿਰਾਂ ਵੱਲ ਹੋ ਰਿਹਾ ਉਹ ਨਾ ਹੋਵੇ। ਦੇਸ਼ ਦੀ ਖੇਤੀ ਨੂੰ ਆਧੁਨਿਕ ਢੰਗਾਂ ਦੀ ਬਣਾਉਣ ਲਈ ਦੇਸ਼ ਵਿਆਪੀ ਯੋਜਨਾਵਾਂ ਬਣਨ, ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ, ਅਗਲੇ ਸਾਲਾਂ ਵਿੱਚ ਪਿੰਡਾਂ ਦੇ ਵਿਕਾਸ ਲਈ ਬਜਟ ਵਧਾਏ ਜਾਣ। ਸਰਕਾਰ ਇਹ ਤਾਂ ਹੀ ਕਰਨ ਲਈ ਮਜਬੂਰ ਹੋਏਗੀ ਜੇਕਰ ਮੌਜੂਦਾ ਕਿਸਾਨ ਅਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਇਸ ਵਿੱਚ ਦੁਫਾੜ ਪਾਉਣ ਵਾਲੀਆਂ ਸਰਕਾਰੀ ਅਤੇ ਰਾਜਸੀ ਏਜੰਸੀਆਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਤੋਂ ਸੁਚੇਤ ਹੋਣ ਦੀ ਲੋੜ ਹੈ। ਜੇਕਰ ਇਸ ਸੰਘਰਸ਼ ਦੀ ਵਾਗਡੋਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਥ ਰਹੀ ਤਾਂ ਕੇਂਦਰ ਸਰਕਾਰ ਮਜਬੂਰ ਹੋ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਪਹਿਲ ਕਦਮੀ ਕਰਨ ਜ਼ਰੂਰ ਆਏਗੀ। ਪਹਿਲਾਂ ਆੜ੍ਹਤੀਆਂ, ਬੈਂਕਾਂ, ਫਾਈਨਾਂਸਰਾਂ ਦੇ ਕਰਜ਼ਿਆਂ ਥੱਲੇ ਕਿਸਾਨ ਅਤੇ ਮਜ਼ਦੂਰ ਦੱਬਿਆ ਸੀ। ਹੁਣ ਇਹ ਬਿੱਲ ਲਾਗੂ ਹੋਣ ਮਗਰੋਂ ਕੰਪਨੀਆਂ ਦੇ ਕਰਜ਼ਿਆਂ ਥੱਲੇ ਵੀ ਕਿਸਾਨ ਅਤੇ ਮਜ਼ਦੂਰ ਦੱਬ ਜਾਏਗਾ। ਇਸ ਸੰਕਟ ਦਾ ਹੱਲ ਇੱਕੋ ਹੀ ਹੈ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ, ਜਿਹਨੂੰ MSP ਕਿਹਾ ਜਾਂਦਾ ਹੈ, ਉਹਨੂੰ ਪੱਕਾ ਕਰੇ। ਸਰਕਾਰ ਇਹ ਸਾਰੇ ਬਿੱਲ ਵਾਪਸ ਲਵੇ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।